सत श्री अकाल जी, मैं नवदीप धालीवाल, तुसीं वेख रहे हो साडी स्पेशल रिपोर्ट। ਅੱਜ ਗੱਲ ਹੋਵੇਗੀ किसानी ਦੀ, खास करके ਗੱਲ ਹੋਵੇਗੀ अंतरराष्ट्रीय मुद्दे ਦੀ, क्योंकि किसानी संघर्ष अंतरराष्ट्रीय मुद्दा बन चुकिया। जी हाँ, 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ, ਪਰ ਸਰਕਾਰ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੇ ਲਈ ਤਾਂ ਮੰਨੀ ਹੋਈ ਹੈ, ਪਰ ਇਹਨਾਂ ਨੂੰ ਰੱਦ ਕਰਨ ਦੇ ਲਈ ਅੜੀ ਹੋਈ ਹੈ। ਦੁਨੀਆ ਇਸ ਕਿਸਾਨੀ ਅੰਦੋਲਨ ਨੂੰ ਸਭ ਤੋਂ ਵੱਡਾ ਤੇ ਵੱਧ ਚੱਲਣ ਵਾਲਾ ਅੰਦੋਲਨ ਮੰਨ ਰਹੀ ਹੈ। ਤੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਬਾਹਰਲੇ ਮੁਲਕਾਂ ਦੀ, ਤਾਂ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਪੰਜਾਬੀਆਂ ਵੱਲੋਂ ਆਪਣੇ ਦੇਸ਼ਾਂ ਦੇ ਵਿੱਚ ਇੰਡੀਅਨ ਐਮਬੈਸੀ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਵੀ ਕੀਤੇ ਜਾ ਰਹੇ ਨੇ। ਤੇ ਉੱਥੇ ਇਹ ਗੱਲ ਵੀ ਸਭ ਨੂੰ ਪਤਾ ਹੈ ਕਿ ਜੋ ਵੀ ਕਿਸਾਨਾਂ ਦੀ ਹਿਮਾਇਤ ਦੇ ਵਿੱਚ ਸਾਹਮਣੇ ਆਇਆ, ਸਰਕਾਰ ਉਸ ਤੇ ਕਿਸੇ ਨਾ ਕਿਸੇ ਢੰਗ ਦੇ ਨਾਲ ਨਕੇਲ ਪਾ ਲੈਂਦੀ ਹੈ, ਜੋ ਕਿ ਸਰਾਸਰ ਗਲਤ ਹੈ। ਸੋ ਭਾਰਤੀ ਕਿਸਾਨ ਅੰਦੋਲਨ ਦਾ ਮੁੱਦਾ ਹੁਣ ਅੰਤਰਰਾਸ਼ਟਰੀ ਬਣਦਾ ਜਾ ਰਿਹਾ ਹੈ, ਕਿਉਂਕਿ ਹਰ ਇੱਕ ਦੇਸ਼ ਦੇ ਵਿੱਚ ਇਸ ਬਾਰੇ ਚਰਚਾ ਹੋ ਰਹੀ ਹੈ। ਹਰ ਕੋਈ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਹੈ। ਇਸ ਲੜੀ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਲਿਆਏ ਗਏ 3 ਖੇਤੀ ਕਾਨੂੰਨਾਂ ਦੇ ਖਿਲਾਫ ਜਾਰੀ ਕਿਸਾਨ ਅੰਦੋਲਨ ਤੇ ਚਰਚਾ ਬ੍ਰਿਟੇਨ ਦੀ ਸੰਸਦ ਦੇ ਵਿੱਚ ਵੀ ਹੋਈ। ਤੁਹਾਨੂੰ ਦੱਸ ਦਈਏ ਕਿ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਕਿਸਾਨਾਂ ਦੀ ਸੁਰੱਖਿਆ ਤੇ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਭਾਰਤ ਦੀ ਮੋਦੀ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਬ੍ਰਿਟੇਨ ਦੀ ਸੰਸਦ ਦੇ ਵਿੱਚ ਪਾਈ ਗਈ ਪਟੀਸ਼ਨ ਤੋਂ ਬਾਅਦ ਇਹ ਚਰਚਾ ਹੋਈ ਹੈ। ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਨਾਂ ਦੇ ਬਰਤਾਨਵੀ ਨਾਗਰਿਕ ਨੇ ਇਹ ਪਟੀਸ਼ਨ ਪਾਉਣ ਦੀ ਮੁਹਿੰਮ ਚਲਾਈ ਸੀ, ਜਿਸ ਤੇ 1 ਲੱਖ ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ। ਮੋਦੀ ਸਰਕਾਰ ਤੇ ਦਬਾਅ ਪਾਉਣ ਦੇ ਲਈ ਬ੍ਰਿਟੇਨ ਦੀ ਸੰਸਦ ਦੇ ਵਿੱਚ ਪਾਈ ਗਈ ਪਟੀਸ਼ਨ ਤੇ 1 ਲੱਖ ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ, ਜੋ ਕਿ ਛੋਟੀ ਗੱਲ ਨਹੀਂ ਹੈ। ਕਿਸਾਨ ਅੰਦੋਲਨ ਤੇ ਲੰਡਨ ਦੇ ਪੋਰਟ ਕਲਿਮ ਹਾਊਸ ਦੇ ਵਿੱਚ 90 ਮਿੰਟ ਤੱਕ ਚਰਚਾ ਚੱਲੀ। ਬ੍ਰਿਟੇਨ ਦੇ ਰਾਜ ਮੰਤਰੀ ਨਿਗੇਲ ਐਡਮ ਨੇ ਭਾਰਤ ਵਿੱਚ ਸ਼ਾਂਤੀਪੂਰਵਕ ਵਿਰੋਧ ਅਤੇ ਪ੍ਰੈਸ ਆਜ਼ਾਦੀ ਦੇ ਮੁੱਦੇ ਤੇ ਸੰਸਦ ਦੇ ਵਿੱਚ ਕਿਹਾ ਕਿ ਯੂਕੇ ਸਰਕਾਰ ਦਾ ਇਹ ਮੰਨਣਾ ਹੈ ਹਰੇਕ ਵਿਅਕਤੀ ਨੂੰ ਆਜ਼ਾਦੀ ਹੈ ਤੇ ਸ਼ਾਂਤੀਪੂਰਵਕ ਵਿਰੋਧ ਦਾ ਅਧਿਕਾਰ ਕਿਸੇ ਵੀ ਲੋਕਤੰਤਰ ਦੇ ਲਈ ਮਹੱਤਵਪੂਰਨ ਹੈ। ਬ੍ਰਿਟਿਸ਼ ਸੰਸਦੀ ਸੰਮੇਲਨ ਦੇ ਮੁਤਾਬਿਕ ਯੂਕੇ ਸਰਕਾਰ ਅਤੇ ਸੰਸਦ ਦੀ ਵੈਬਸਾਈਟ ਤੇ 10,000 ਦਸਤਖਤ ਕਰਨ ਵਾਲੀਆਂ ਪਟੀਸ਼ਨਾਂ ਨੂੰ ਸਰਕਾਰ ਵੱਲੋਂ ਪ੍ਰਤੀਕਿਰਿਆ ਮਿਲਦੀ ਹੈ, ਪਰ ਇੱਥੇ ਤਾਂ 1 ਲੱਖ ਤੋਂ ਵੱਧ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਤੇ ਜਿਨ੍ਹਾਂ ਪਟੀਸ਼ਨਾਂ ਤੇ 1 ਲੱਖ ਦਸਤਖਤ ਪ੍ਰਾਪਤ ਹੁੰਦੇ ਨੇ, ਉਹਨਾਂ ਤੇ ਲਗਭਗ ਹਮੇਸ਼ਾ ਬਹਿਸ ਹੁੰਦੀ ਹੈ ਤੇ ਕਰਨੀ ਵੀ ਬਣਦੀ ਹੈ। ਤੇ ਹੁਣ ਇਹ ਮੰਨਯੋਗ ਹੈ ਕਿ ਇੰਗਲੈਂਡ ਦੀ ਸੰਸਦ ਦੇ ਵਿੱਚ ਕਿਸਾਨ ਅੰਦੋਲਨ ਦੀ ਗੂੰਜ ਪੈਣ ਦੇ ਨਾਲ ਇਹ ਮੁੱਦਾ ਇੱਕ ਵਾਰ ਫਿਰ ਤੋਂ ਕੌਮਾਂਤਰੀ ਮੰਚ ਤੇ ਚਰਚਾ ਦੇ ਵਿੱਚ ਆ ਗਿਆ। ਭਾਰਤੀ ਸੰਸਦ ਦੇ ਵਿੱਚ ਤਾਂ ਖੇਤੀ ਕਾਨੂੰਨਾਂ ਬਾਰੇ ਗੰਭੀਰਤਾ ਦੇ ਨਾਲ ਚਰਚਾ ਨਹੀਂ ਕੀਤੀ ਗਈ, ਪਰ ਇੰਗਲੈਂਡ ਦੇ ਸੰਸਦ ਮੈਂਬਰਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ, ਪ੍ਰੈਸ ਦੀ ਆਜ਼ਾਦੀ ਤੇ ਹਮਲੇ ਨੂੰ ਗੰਭੀਰਤਾ ਦੇ ਨਾਲ ਲਿਆ। ਯੂਕੇ ਦੀ ਸੰਸਦ ਦੁਨੀਆ ਦੀ ਪਹਿਲੀ ਅਜਿਹੀ ਸੰਸਦ ਬਣ ਗਈ ਹੈ ਜਿੱਥੇ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਪ੍ਰਗਟਾਉਣ ਵਾਲੇ ਕਿਸਾਨਾਂ ਤੇ ਤਸ਼ੱਦਦ ਕਰਨ ਦੀ ਚਰਚਾ ਕੀਤੀ ਗਈ। ਹਾਲਾਂਕਿ ਯੂਕੇ ਦੇ ਕਈ ਸੰਸਦ ਮੈਂਬਰਾਂ ਨੇ ਇਹ ਗੱਲ ਵੀ ਕਹੀ ਕਿ ਭਾਵੇਂ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਪਰ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਵੀ ਸਿੱਧੇ ਤੌਰ ਤੇ ਜੁੜਿਆ ਹੋਇਆ। ਜਲੰਧਰ ਦੇ ਨਾਲ ਸੰਬੰਧਿਤ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ ਤੇ ਪ੍ਰੀਤ ਕੌਰ ਗਿੱਲ ਨੇ ਜਿੱਥੇ ਇਸ ਮੁੱਦੇ ਨੂੰ ਉਭਾਰਿਆ, ਉੱਥੇ ਹੀ ਪਾਕਿਸਤਾਨੀ ਪੰਜਾਬੀ ਮੂਲ ਦੇ ਸੰਸਦ ਮੈਂਬਰ ਖਾਲਿਦ ਮਹਿਬੂਬ ਨੇ ਵੀ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਉਠਾਇਆ। Some supporters of the governing party in India have said that this is an internal matter. Foreigners, keep your nose out of it. Well, I can tell them why everyone's so concerned. It's because human rights are universal and a world in which they are upheld is in all of our interests. Hundreds of farmers have died already because of the freezing cold and because of ill health while protesting. For those of us whose parents and grandparents have been tilling the land in the Punjab, have a strong connection with the land and whose family and friends are involved in the protests, imagine our collective pain when we see scenes of tear gas, water cannon and brute force being used against them, when we see them herded into the protest sites like animals with metal barricades, barbed wire and deadly steel spikes installed in the road, as if it was some sort of international border and not the outskirts of the capital city. The irony of it, Mr. Chairman, is that many of them have actually served on the border, or their children or grandchildren are currently serving in the army. Mercilessly, their water supply, sanitation, electricity and internet have been intermittently cut. Trade unionists, human rights activists and journalists
including young women, have been arrested with reports of sexual assault and torture while in custody. The millions of protesters are from across India and different faiths, and yet because a significant number of them are Sikhs, they have been singled out and branded as separatists and terrorists by unscrupulous elements of the mainstream Indian media. This is part of a pattern wherein Muslim Indians are labelled as Pakistanis, Christians as being under foreign influence, and Sikhs as Khalistani separatists. But we see you, and so does the world. Let me let you into a little secret, Mr. Chairman, about the Sikhs. They are taught to feed millions of those in need for free year in, year out, regardless of background or colour or creed. ਤੁਸੀਂ ਸੁਣਿਆ ਕਿ ਤਰਨਮਨਜੀਤ ਸਿੰਘ ਢੇਸੀ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਕੁਝ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਸਾਡਾ ਆਪਣਾ ਨਿੱਜੀ ਮਾਮਲਾ ਹੈ, ਤੁਸੀਂ ਵਿਦੇਸ਼ੀ ਇਸ ਤੋਂ ਦੂਰ ਰਹੋ। ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਿਉਂ ਇਸ ਮੁੱਦੇ ਤੋਂ ਦੂਰ ਰਹੀਏ। ਅਸੀਂ ਇਸ ਮੁੱਦੇ ਬਾਰੇ ਇਸ ਲਈ ਬੋਲ ਰਹੇ ਹਾਂ ਕਿਉਂਕਿ ਅਸੀਂ ਪੂਰੀ ਦੁਨੀਆ ਦੇ ਮਨੁੱਖੀ ਅਧਿਕਾਰਾਂ ਦੇ ਲਈ ਫਿਕਰਮੰਦ ਹਾਂ। ਕਿਸਾਨੀ ਸੰਘਰਸ਼ ਦੇ ਦੌਰਾਨ ਹੁਣ ਤੱਕ ਕੜਾਕੇ ਦੀ ਠੰਡ ਅਤੇ ਬਿਮਾਰ ਹੋਣ ਦੇ ਨਾਲ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ। ਸਾਡੇ ਮਾਪੇ ਤੇ ਬਜ਼ੁਰਗ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਦਾ ਪੰਜਾਬ ਦੀ ਜ਼ਮੀਨ ਦੇ ਨਾਲ ਗੂੜਾ ਨਾਤਾ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ ਤੇ ਸਾਡੇ ਖੁਦ ਦੇ ਦੋਸਤ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਨੇ। ਅੰਦਾਜ਼ਾ ਲਗਾਓ ਕਿ ਉਹਨਾਂ ਨੂੰ ਕਿੰਨਾ ਦਰਦ ਹੋਇਆ ਹੋਣਾ ਜਦੋਂ ਸੁਰੱਖਿਆ ਫੋਰਸਾਂ ਦੇ ਜ਼ਰੀਏ ਉਹਨਾਂ ਦੀ ਕੁੱਟਮਾਰ ਕੀਤੀ ਗਈ। ਅਥਰੂ ਗੈਸ ਦੇ ਗੋਲੇ ਉਹਨਾਂ ਤੇ ਸੁੱਟੇ ਗਏ, ਪਾਣੀ ਦੀਆਂ ਬੁਛਾਰਾਂ ਉਹਨਾਂ ਤੇ ਪਾਈਆਂ ਗਈਆਂ, ਜਾਨਵਰਾਂ ਦੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ। ਹੋਰ ਤਾਂ ਹੋਰ ਬੈਰੀਕੇਡਸ ਲਗਾਏ ਗਏ, ਕੰਡਿਆਲੀ ਤਾਰਾਂ ਲਾਈਆਂ ਗਈਆਂ ਤੇ ਖਤਰਨਾਕ ਕਿੱਲਾਂ ਸੜਕਾਂ ਤੇ ਲਾ ਦਿੱਤੀਆਂ ਗਈਆਂ। ਕਿਵੇਂ ਕੋਈ ਕੌਮਾਂਤਰੀ ਸਰਹੱਦ ਹੋਵੇ, ਨਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਹੋਵੇ। ਮੰਦਭਾਗੀ ਗੱਲ ਇੱਥੇ ਹੈ ਕਿ ਜੋ ਬਾਰਡਰਾਂ ਤੇ ਫੌਜ ਦੇ ਵਿੱਚ ਭਰਤੀ ਨੇ ਉਹ ਇੰਨਾ ਹੀ ਕਿਸਾਨਾਂ ਦੇ ਪੁੱਤ ਪੋਤੇ ਨੇ ਜੋ ਜ਼ਿਆਦਾਤਰ ਸਿੱਖ ਨੇ ਤੇ ਗੋਦੀ ਮੀਡੀਆ ਉਹਨਾਂ ਨੂੰ ਅੱਤਵਾਦੀ ਕਰਾਰ ਦੇ ਰਿਹਾ ਹੈ। ਤੇ ਨਾਲ ਹੀ ਤਰਨਮਨਜੀਤ ਸਿੰਘ ਢੇਸੀ ਨੇ ਗੱਲ ਕਹੀ ਹੈ ਕਿ ਮੈਂ ਤੁਹਾਨੂੰ ਸਿੱਖਾਂ ਬਾਰੇ ਦੱਸਣਾ ਚਾਹੁੰਦਾ ਹੈ ਕਿ ਉਹ ਕੌਮ ਹੈ ਜੋ ਸਰਬੱਤ ਦਾ ਭਲਾ ਮੰਗਦੀ ਹੈ। ਹਰ ਸਾਲ ਬੇਆਸਰਿਆਂ ਨੂੰ, ਬੇਸਹਾਰਿਆਂ ਨੂੰ ਮੁਫਤ ਲੰਗਰ ਛਕਾਉਂਦੀ ਹੈ, ਦੂਜਿਆਂ ਦੇ ਹੱਕਾਂ ਦੇ ਲਈ ਸਭ ਤੋਂ ਪਹਿਲਾਂ ਆਪ ਆ ਕੇ ਖੜ ਜਾਂਦੀ ਹੈ। ਤੇ ਅੱਜ ਜਦੋਂ ਗੱਲ ਸਿੱਖ ਕੌਮ ਦੀ ਆ ਜਾਵੇ ਤਾਂ ਉਹ ਆਪਣੇ ਹੱਕਾਂ ਲਈ ਕਿਉਂ ਨਹੀਂ ਖੜਨਗੇ? ਦੂਜਿਆਂ ਦੇ ਲਈ ਹੱਕਾਂ ਲਈ ਖੜਨ ਵਾਲੇ ਅੱਜ ਆਪਣੇ ਹੀ ਹੱਕ ਤੋਂ ਮੁਨਕਰ ਕਿੱਦਾਂ ਹੋ ਸਕਦੇ ਨੇ? They are brought up to stand up for the rights of others, so you can bet your bottom dollar that they will go to the nth degree to stand up for their own rights. Those of us, like me, who dare to speak up for the farmers are faced with a deluge of hundreds of fake profiles or the 2 rupee Twitter troll factory, and accused by some disingenuous elements of being, amongst other things, a racist. I don't need lectures from them about the wonders of India. I've been fortunate enough to have lived and studied in India for over 4 years, learned to converse in Punjabi, Hindi and Urdu, travelled the length and breadth of this beautiful country and experienced firsthand the warmth and welcome of its lovely people. And while I'm at it, let me also debunk another myth that used to silence anyone in Britain, because if they offer anything but praise, they must apparently have a colonial hang-up. To those people, I would say, while we spend most of our time discussing national issues, the beauty of being a British parliamentarian is, in the mother of all parliaments, is that almost every day we conduct debates about what is happening around the world. Now, it won't be lost on anybody that the UK Tory government, in its desperation to get a trade deal, is failing spectacularly to stand up for the human rights of those protesters. So I'll call upon the government to request the Indian government to speedily resolve this deadlock and ensure peace and justice for those farmers. ਉਹਨਾਂ ਨਾਲ ਇਹ ਕਿਹਾ ਕਿ ਜਿਹੜੇ ਮੇਰੇ ਵਰਗੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਆ ਉਹਨਾਂ ਨੂੰ ਸੈਂਕੜੇ ਫੇਕ ਪ੍ਰੋਫਾਈਲ ਦੇ ਜ਼ਰੀਏ 2 ਰੁਪਏ ਦੇ ਟਵੀਟ ਕਹਿ ਕੇ ਟ੍ਰੋਲ ਕੀਤਾ ਜਾਂਦਾ ਹੈ। ਤਰਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਹਨਾਂ ਨੇ ਪੜ੍ਹਾਈ ਦੇ ਦੌਰਾਨ 4 ਸਾਲ ਭਾਰਤ ਦੇ ਵਿੱਚ ਬਤੀਤ ਕੀਤੇ। ਭਾਰਤੀ ਲੋਕਾਂ ਨੇ ਦਿਲ ਖੋਲ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਹੁਣ ਮੈਂ ਉਹਨਾਂ ਦੇ ਹੱਕ ਦੇ ਵਿੱਚ ਕਿਉਂ ਨਾ ਬੋਲਾਂ। ਉਹਨਾਂ ਨੇ ਇਹ ਵੀ ਕਿਹਾ ਕਿ ਬ੍ਰਿਟਿਸ਼ ਪਾਰਲੀਮੈਂਟ ਦੀ ਖੂਬਸੂਰਤੀ ਹੈ ਕਿ ਉਹ ਸਾਰੀਆਂ ਪਾਰਲੀਮੈਂਟਸ ਦੀ ਸਰਵਉੱਚ ਹੈ ਤੇ ਰੋਜ਼ ਇੱਥੇ ਵਿਸ਼ਵ ਪੱਧਰੀ ਮੁੱਦਿਆਂ ਤੇ ਡਿਬੇਟ ਹੁੰਦੀ ਹੈ। ਮੈਂ ਇਸ ਪਾਰਲੀਮੈਂਟ ਦੇ ਜ਼ਰੀਏ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਬੰਦ ਕੀਤੀ ਹੋਈ ਗੱਲਬਾਤ ਨੂੰ ਮੁੜ ਤੋਂ ਸ਼ੁਰੂ ਕਰੇ ਤੇ ਜਲਦ ਤੋਂ ਜਲਦ ਕਿਸਾਨਾਂ ਨੂੰ ਇਨਸਾਫ ਦੇਵੇ। ਤੁਹਾਨੂੰ ਦੱਸ ਦਈਏ ਕਿ ਤਰਨਮਨਜੀਤ ਸਿੰਘ ਢੇਸੀ ਉਹ ਸ਼ਖਸੀਅਤ ਨੇ ਜੋ ਪੰਜਾਬ ਤੇ ਸਿੱਖਾਂ ਦੇ ਮਾਮਲਿਆਂ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਉਹਨਾਂ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਨੇ।
ਉੱਥੇ ਹੀ ਤੁਹਾਨੂੰ ਇਹ ਵੀ ਦੱਸਣਾ ਬਣਦਾ ਹੈ ਕਿ 4 ਸਤੰਬਰ 2019 ਨੂੰ ਮੁਸਲਿਮ ਔਰਤਾਂ ਦੇ ਹਿਜਾਬ ਪਾਉਣ ਦੇ ਮਾਮਲੇ ਤੇ ਵੀ ਚੁੱਕੇ ਗਏ ਸਵਾਲ ਤੇ ਤਰਨਜੀਤ ਸਿੰਘ ਢੇਸੀ ਸੰਸਦ ਦੇ ਵਿੱਚ ਉਲਝਦੇ ਹੋਏ ਨਜ਼ਰ ਆਏ ਸਨ, ਜਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਉਹਨਾਂ ਦਾ ਦਰਦ ਬਖੂਬੀ ਸਮਝਦਾ ਹਾਂ, ਕਿਉਂਕਿ ਸਿੱਖਾਂ ਦੀ ਦਸਤਾਰ ਨੂੰ ਵੀ ਇਸ ਮੁਲਕ ਦੇ ਵਿੱਚ ਪਹਿਲਾਂ ਇਵੇਂ ਹੀ ਨਿਸ਼ਾਨਾ ਬਣਾਇਆ ਜਾਂਦਾ ਸੀ। ਲੋਕ ਤਰ੍ਹਾਂ ਦੇ ਕਮੈਂਟਸ ਕਰਦੇ ਸਨ। Mr. Speaker, if I decide to wear a turban, or you decide to wear a cross, or he decides to wear a kippah or a skull cap, or she decides to wear a hijab or a burqa, does that mean that it is open season for right honourable members of this House to make derogatory and divisive remarks about our appearance? For those of us who from a young age have had to endure and face up to being called names such as Towelhead or Taliban, or coming from Bongo land, we can appreciate full well the hurt and pain felt by already vulnerable Muslim women when they are described as looking like bank robbers and letterboxes. So rather than hide behind sham and whitewash investigations, when will the Prime Minister finally apologise for his derogatory and racist remarks which racist remarks, Mr. Speaker, which have led to a spike in hate crime. And given the increasing prevalence of such incidents within his party, when will the Prime Minister finally order an inquiry into Islamophobia within the Conservative Party, something which he and his Chancellor promised on national television? ਤੁਸੀਂ ਸੁਣਿਆ ਕਿ ਉਹਨਾਂ ਨੇ ਕਿਹਾ ਬਚਪਨ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਕੁਝ ਬਰਦਾਸ਼ਤ ਕਰਨਾ ਪਿਆ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਜੋ ਲੋਕ ਸਮਾਜ ਦੇ ਵਿੱਚ ਨਫ਼ਰਤ ਫੈਲਾਉਂਦੇ ਨੇ ਉਹਨਾਂ ਨੂੰ ਇਨਸਾਨੀਅਤ ਦਾ ਪਾਠ ਪੜਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਤਰਨਜੀਤ ਸਿੰਘ ਢੇਸੀ ਸਿਰਫ ਪੰਜਾਬੀ ਕਮਿਊਨਿਟੀ ਦੇ ਲਈ ਨਹੀਂ, ਸਾਰੀਆਂ ਕਮਿਊਨਿਟੀਆਂ ਦੇ ਲਈ ਆਵਾਜ਼ ਚੁੱਕਦੇ ਨੇ, ਤਾਂ ਹੀ ਉਹ ਸਭ ਦੇ ਹਰਮਨ ਪਿਆਰੇ ਵੀ ਨੇ। ਖੈਰ, ਗੱਲ ਚੱਲ ਰਹੀ ਹੈ ਬ੍ਰਿਟੇਨ ਸੰਸਦ ਦੇ ਵਿੱਚ ਹੋਈ ਕਿਸਾਨੀ ਸੰਘਰਸ਼ ਦੇ ਮਾਮਲੇ ਤੇ ਚਰਚਾ ਬਾਰੇ ਕਿ ਇਸ ਡਿਬੇਟ ਨੂੰ ਉੱਚ ਪੱਧਰ ਤੱਕ ਚੁੱਕਣ ਦੇ ਵਿੱਚ ਇਹਨਾਂ ਸੰਘਰਸ਼ ਕਰਨ ਦੇ ਵਿੱਚ ਸਭ ਤੋਂ ਅਹਿਮ ਯੋਗਦਾਨ ਤਰਨਜੀਤ ਸਿੰਘ ਢੇਸੀ ਦਾ ਹੈ। ਸੋ ਉਹਨਾਂ ਦੇ ਨਾਲ ਹੋਰ ਸੰਸਦ ਮੈਂਬਰਾਂ ਨੇ ਮੋਦੀ ਸਰਕਾਰ ਦੀ ਕਿਸਾਨ ਅੰਦੋਲਨ ਦੇ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਹੈ। ਚਰਚਾ ਕਰਦਿਆਂ ਸੰਸਦ ਮੈਂਬਰ ਮਾਰਟਿਨ ਡੇ ਨੇ ਗੱਲ ਕਹੀ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਦੌਰਾਨ ਇੱਕ ਨੌਜਵਾਨ ਕਿਸਾਨ ਦੀ ਜਾਨ ਚਲੀ ਗਈ ਤੇ ਕਈ ਪੁਲਿਸ ਕਰਮੀ ਜ਼ਖਮੀ ਵੀ ਹੋਏ ਸਨ। ਮਾਰਟਿਨ ਡੇ ਨੇ ਕਿਹਾ ਕਿ ਇੰਟਰਨੈਟ ਸੇਵਾਵਾਂ ਬੰਦ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਜੋ ਕਿ ਲੋਕਾਂ ਦੇ ਮੂਲ ਹੱਕਾਂ ਦਾ ਕਾਣ ਹੈ। ਐਮਪੀ ਵਰਿੰਦਰ ਸ਼ਰਮਾ ਨੇ ਇਹ ਗੱਲ ਕਹੀ ਕਿ ਉਹ ਭਾਰਤ ਸਰਕਾਰ ਵੱਲੋਂ ਕਿਸਾਨਾਂ ਤੇ ਬਲ ਦੀ ਵਰਤੋਂ ਕਰਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਨੇ। ਕਿਸਾਨ ਭਾਰਤ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਦੋਵਾਂ ਪਾਸੇ ਸਹਿਮਤੀ ਬਣਨੀ ਚਾਹੀਦੀ ਹੈ ਤੇ ਮਸਲੇ ਦਾ ਜਲਦ ਤੋਂ ਜਲਦ ਕੋਈ ਹੱਲ ਕੱਢਣਾ ਬਹੁਤ ਜ਼ਰੂਰੀ ਹੈ। ਸੰਸਦ ਮੈਂਬਰ ਖਾਲਿਦ ਮਹਿਮੂਦ ਨੇ ਕਿਹਾ ਕਿ ਇਹ ਕਿਸਾਨਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ। ਭਾਰਤ ਦੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਸਿੱਧਾ ਰਾਬਤਾ ਕਰਨਾ ਚਾਹੀਦਾ ਹੈ। ਭਾਰਤ ਦੇ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਨੇ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਸੋ ਇਹ ਸੀ ਬ੍ਰਿਟੇਨ ਦੀ ਸੰਸਦ ਦੇ ਵਿੱਚ ਚੱਲੀ ਪੂਰੀ ਗੱਲਬਾਤ ਜੋ 90 ਮਿੰਟ ਤੱਕ ਚੱਲਦੀ ਰਹੀ। ਇਸ ਗੱਲਬਾਤ ਨੂੰ ਲੈ ਕੇ ਭਾਰਤ ਸਰਕਾਰ ਦੇ ਵਿੱਚ ਇੱਕ ਵਾਰ ਫੇਰ ਤੋਂ ਬੌਖਲਾਹਟ ਮਚ ਗਈ। ਵਾਰ-ਵਾਰ ਇਹਨਾਂ ਵੱਲੋਂ ਇੱਕੋ ਹੀ ਬਿਆਨ ਸਾਹਮਣੇ ਆ ਰਿਹਾ ਹੈ ਕਿ ਇਹ ਜਿਹੜਾ ਹੈ ਉਹ ਭਾਰਤ ਦਾ ਇੱਕ ਨਿੱਜੀ ਮਾਮਲਾ ਹੈ, ਕਿਸੇ ਨੂੰ ਵੀ ਇਸ ਮਾਮਲੇ ਦੇ ਵਿੱਚ ਬੋਲਣ ਦਾ ਹੱਕ ਨਹੀਂ। ਪਰ ਉੱਥੇ ਹੀ ਜੇ ਕੋਈ ਭਾਰਤ ਸਰਕਾਰ ਤੋਂ ਪੁੱਛੇ ਕਿ ਸੈਂਕੜੇ ਕਿਸਾਨ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਏ ਤਾਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਕਿੰਨੇ ਘਰਾਂ ਦੇ ਚਿਰਾਗ ਬੁਝ ਗਏ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਕਿਸਾਨਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਨੇ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਹਰ ਰੋਜ਼ 4-4 ਲਾਸ਼ਾਂ ਦਿੱਲੀ ਧਰਨੇ ਤੋਂ ਘਰਾਂ ਨੂੰ ਜਾਂਦੀਆਂ ਨੇ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਕਰਜ਼ੇ ਤੋਂ, ਮਹਿੰਗਾਈ ਤੋਂ, ਬੇਰੁਜ਼ਗਾਰੀ ਤੋਂ ਤੰਗ ਆ ਕੇ ਹਰ ਰੋਜ਼ ਕਿੰਨੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਕੀ ਤੁਹਾਡੇ ਕੋਲ ਇਹਨਾਂ ਸਵਾਲਾਂ ਦਾ ਜਵਾਬ ਹੈ? ਤੁਹਾਡਾ ਨਿੱਜੀ ਮਾਮਲਾ ਹੈ ਤਾਂ ਜਵਾਬ ਵੀ ਦੇਣੇ ਬਣਦੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।